ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਈ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਜੀ ਜੰਤ ਕੇ ਠਾਕੁਰ, ਸਰਬ ਚਿੰਤ ਤੁਧ ਪਾਸੇ। ਜੋ ਤਿਸ ਭਾਵੇ, ਸੋਈ ਚੰਗਾ, ਇਕ ਨਾਨਕੀ ਅਰਦਾਸੇ। ਆਪੇ ਹਰ ਇਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੇ, ਨਾਨਕਾ ਸਾਈ ਗਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਾਜੀ ਨਵਾਜੀ ਸਾਧ ਸੰਗਤ ਜੀ, ਅੱਜ ਆਪਾਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਬਾਣੀ ਦੀ ਚੌਥੀ ਅਸ਼ਟਪਦੀ ਦੀ ਜਿਹੜੀ ਆ ਉਹ ਵਿਆਖਿਆ ਜਾਂ ਸ਼ਬਦ ਅਰਥ ਕਰਨੇ ਆ ਕਿ ਗੁਰੂ ਸਾਹਿਬਾਨ ਨੇ ਸਾਨੂੰ ਚੌਥੀ ਅਸ਼ਟਪਦੀ ਵਿੱਚ ਕੀ ਉਪਦੇਸ਼ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਆ ਉਹਦੇ ਵਿੱਚ ਸਾਨੂੰ ਕੀ ਸਮਝਾਇਆ ਵਾ, ਕੀ ਜਿਹੜਾ ਉਪਦੇਸ਼ ਦਿੱਤਾ ਵਾ, ਉਹਦੇ ਸੰਬੰਧ ਵਿੱਚ ਅਸੀਂ ਵਿਚਾਰ ਕਰਨੀ ਆ। ਗੁਰਬਾਣੀ ਜਿਹੜੀ ਆ ਇਹੋ ਹੀ ਸਾਡਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ। ਤੇ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਜਿਹੜੀ ਆ ਉਹਨੂੰ ਸਮਝਣਾ, ਵਿਚਾਰਨਾ, ਆਪਣੇ ਜੀਵਨ ਵਿੱਚ ਅਪਣਾਉਣਾ, ਤਾਂ ਜੋ ਅਸੀਂ ਜਿਹੜਾ ਆਪਣਾ ਜੀਵਨ ਸਵਾਰ ਸਕੀਏ, ਸੋਹਣਾ ਬਣਾ ਸਕੀਏ, ਇੱਕ ਚੰਗੇ ਨਾਗਰਿਕ ਬਣ ਸਕੀਏ, ਇੱਕ ਗੁਰਸਿੱਖ ਜਿਹੜਾ ਵਾ ਗੁਰੂ ਵਾਲਾ ਬਣੇ, ਔਰ ਗੁਰੂ ਸਾਹਿਬ ਜਿਹੜੇ ਕੀ ਫਰਮਾਉਂਦੇ ਉਸੇ ਤਰ੍ਹਾਂ ਦਾ ਜੀਵਨ ਬਸਰ ਕਰੀਏ। ਅਤੇ ਜਿਹੜਾ ਜੋ ਆਨੰਦ ਉਹਦੇ ਵਿੱਚ ਮਨਮੁੱਖ ਬੰਦਾ ਨਹੀਂ ਲੈ ਸਕਦਾ। ਮਨਮੁੱਖ ਜਿਹੜਾ ਵਿਅਕਤੀ ਆ ਉਹ ਮਨ ਦੇ ਪਿੱਛੇ ਲੱਗ ਕੇ ਕੰਮ ਕਰਦਾ, ਅਤੇ ਫਿਰ ਉਹ ਜਿਹੜਾ ਗੁਰਮੁਖ ਆ ਉਹ ਗੁਰੂ ਦੇ ਆਖੇ ਲੱਗਦਾ। ਇਹਨਾਂ ਦੋਵਾਂ ਦੇ ਵਿੱਚ ਜਿਹੜਾ ਡਿਫਰੈਂਸ ਆ, ਇਹਨਾਂ ਦੇ ਵਿੱਚ ਫਰਕ ਆ। ਅਤੇ ਗੁਰਮੁਖ ਜਿਹੜਾ ਵਿਅਕਤੀ ਆ, ਜਿਹੜਾ ਗੁਰਮੁਖ ਗੁਰੂ ਸਿੱਖ ਆ ਜਿਹੜਾ, ਉਹ ਹਮੇਸ਼ਾ ਹੀ ਗੁਰੂ ਦੀ ਰਜ਼ਾ ਵਿੱਚ ਰਹਿੰਦਾ। ਦੁੱਖ ਆਵੇ ਸੁੱਖ ਆਵੇ ਉਹ ਅਡੋਲ ਰਹਿੰਦਾ। ਪਰਮਾਤਮਾ ਦੇ ਭਾਣੇ ਨੂੰ ਉਹ ਮਿੱਠਾ ਕਰਕੇ ਮੰਨਦਾ। ਲੇਕਿਨ ਮਨਮੁੱਖ ਜਿਹੜਾ ਵਾ ਉਹ ਚੋਟਾਂ ਖਾਂਦਾ। ਉਹ ਫਿਰ ਜੇ ਕੁਛ ਮਿਲ ਜੇ ਤਾਂ ਬੜਾ ਖੁਸ਼ ਹੁੰਦਾ, ਜੇ ਕੁਝ ਖੁੱਸ ਜੇ ਤਾਂ ਫਿਰ ਰੋਣ ਲੱਗ ਪੈਂਦਾ। ਸੋ ਗੁਰੂ ਸਾਹਿਬਾਨ ਨੇ ਸਾਨੂੰ ਗੁਰਮੁਖ ਬਣਨ ਵਾਸਤੇ, ਗੁਰਸਿੱਖ ਬਣਨ ਵਾਸਤੇ ਜਿਹੜਾ ਵਾ ਗੁਰੂ ਦੀ ਸਿੱਖਿਆ 'ਤੇ ਚੱਲਣ ਵਾਲੇ ਨੂੰ ਗੁਰਸਿੱਖ ਕਹਿੰਦੇ ਨੇ। ਸ਼ਲੋਕ ਹੈ, ਨਿਰਗੁਣ ਯਾਰ ਏ ਆਨਿਆ, ਸੋ ਪ੍ਰਭ ਸਦਾ ਸਮਾਲ। ਨਿਰਗੁਣ ਯਾਰ ਹੁੰਦਾ ਗੁਣਹੀਨ। ਨਿਰਗੁਣੀ ਯਾਰ, ਇਹ ਆਨਿਆਂ ਤੋਂ ਭਾਵ ਨਿਆਣੇ ਨੂੰ ਕਹਿ ਦਿੰਦੇ ਆ, ਅਣਜਾਣੇ ਨੂੰ। ਕਹਿੰਦੇ ਹੈ ਗੁਣਹੀਨ, ਨਿਆਣੀ ਮੱਤ ਵਾਲੇ, ਤੂੰ ਹਮੇਸ਼ਾ ਉਸ ਪਰਮਾਤਮਾ ਨੂੰ ਸੰਭਾਲ, ਭਾਵ ਕਿ ਉਸ ਪਰਮਾਤਮਾ ਨੂੰ ਯਾਦ ਕਰ ਜਿਸ ਵਾਹਿਗੁਰੂ ਨੇ ਪੈਦਾ ਕੀਤਾ, ਉਹਨੂੰ ਯਾਦ ਰੱਖ। ਜਿਨ ਕੀ ਆ ਤਿਸ ਚੀਤ ਰਖ, ਨਾਨਕ ਨਿਭੀ ਨਾਲ। ਕਹਿੰਦੇ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ, ਉਹਨੂੰ ਹਮੇਸ਼ਾ ਆਪਣੇ ਮਨ ਵਿੱਚ, ਚਿੱਤ ਵਿੱਚ ਰੱਖ, ਉਹਨੇ ਹੀ ਤੇਰੇ ਨਾਲ ਨਿਭਣਾ ਵਾ। ਕਹਿਣ ਤੋਂ ਭਾਵ, ਨਿਭੀ ਤੋਂ ਭਾਵ ਕਿ ਜਿਹੜਾ ਸਾਥ ਜਿਹੜਾ ਦੇਣਾ ਵਾ, ਉਹ ਜਿਹੜਾ ਉਹ ਗੁਰੂ ਨੇ ਦੇਣਾ ਵਾ, ਪਰਮਾਤਮਾ ਨੇ ਦੇਣਾ ਵਾ। ਇਸ ਕਰਕੇ ਉਹਦੇ ਨਾਮ ਨੂੰ ਸੰਭਾਲ, ਉਹਨੂੰ ਹਮੇਸ਼ਾ ਯਾਦ ਰੱਖ। ਅਸ਼ਟਪਦੀ। ਰਮਈਆ ਕੇ ਗੁਣ ਚੇਤ ਪੁਰਾਣੀ, ਕਵਣ ਮੂਲ ਤੇ ਕਵਣ
ਦ੍ਰਿਸ਼ਟਾਨੀ। ਰਮਈਆ ਇੱਥੇ ਪਰਮਾਤਮਾ ਨੂੰ ਕਿਹਾ ਗਿਆ ਵਾ ਕਿ ਉਸ ਪਰਮਾਤਮਾ ਦੇ ਗੁਣ ਜਿਹੜੇ ਆ ਉਹ ਚੇਤੇ ਕਰ। ਪ੍ਰਾਣੀ ਤੋਂ ਭਾਵ ਮਨੁੱਖ, ਜੀਵ, ਚੇਤ ਤੋਂ ਭਾਵ ਚੇਤੇ ਕਰ, ਸਿਮਰ ਪਰਮਾਤਮਾ ਦਾ ਨਾਮ। ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਕਿ ਉਹ ਪਰਮਾਤਮਾ ਜਿਹੜਾ ਵਾ ਤੇਰਾ ਮੂਲ ਆ, ਅਤੇ ਦ੍ਰਿਸ਼ਟਾਨੀ ਤੋਂ ਭਾਵ ਹੁੰਦਾ ਵਿਕਾਰ ਦਿੱਤਾ, ਕਿ ਉਸ ਪਰਮਾਤਮਾ ਨੂੰ ਹਮੇਸ਼ਾ ਤੂੰ ਆਪਣੇ ਮੂਲ ਨਾਲ ਜੁੜਿਆ ਰਹਿ, ਉਸ ਪਰਮਾਤਮਾ ਨੂੰ ਤੂੰ ਯਾਦ ਰੱਖ। ਕਿਉਂਕਿ ਜਦੋਂ ਵੀ ਚੀਜ਼ ਮੂਲ ਨਾਲੋਂ ਟੁੱਟ ਜਾਂਦੀ ਆ, ਜਦੋਂ ਦਰਖਤ ਜੜ੍ਹੋਂ ਪੁੱਟਿਆ ਜਾਂਦਾ, ਟੁੱਟ ਜਾਂਦਾ ਅਤੇ ਉਹ ਸੁੱਕ ਜਾਂਦਾ। ਇਸੇ ਤਰ੍ਹਾਂ ਜਿਹੜਾ ਬੰਦਾ ਗੁਰੂ ਨਾਲੋਂ ਟੁੱਟ ਜਾਂਦਾ ਵਾ, ਬਾਣੀ ਨਾਲੋਂ ਟੁੱਟ ਜਾਂਦਾ, ਉਹ ਵੀ ਫਿਰ ਦੁਖੀ ਹੁੰਦਾ ਵਾ। ਉਹਦਾ ਮਨ ਜਿਹੜਾ ਪਰੇਸ਼ਾਨੀਆਂ ਵਿੱਚ ਘਿਰ ਜਾਂਦਾ ਅਤੇ ਉਹਦੇ ਮਨ ਵਿੱਚ ਧੀਰਜ ਦੀ ਅਵਸਥਾ ਨਹੀਂ ਰਹਿੰਦੀ, ਆਨੰਦ ਨਹੀਂ ਰਹਿੰਦਾ। ਕਹਿੰਦੇ ਨੇ ਕਿ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਹਨੇ ਤੈਨੂੰ ਸਾਜਿਆ ਵਾ, ਜਿਨ ਤੋਂ ਭਾਵ ਇੱਥੇ ਆ ਕਿ ਜਿਸ ਹਰੀ ਨੇ ਤੈਨੂੰ ਸਾਜ ਤੋਂ ਭਾਵ ਹੁੰਦਾ ਤੈਨੂੰ ਸੋਹਣਾ ਸਰੀਰ ਦਿੱਤਾ ਵਾ, ਤੈਨੂੰ ਮਨੁੱਖੀ ਜੀਵਨ ਦਿੱਤਾ ਵਾ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਜਿਹਨੇ ਤੈਨੂੰ ਗਰਭ ਅਵਸਥਾ ਦੇ ਵਿੱਚ, ਜਦੋਂ ਤੂੰ ਮਾਤਾ ਦੇ ਪੇਟ ਵਿੱਚ ਸੀ, ਅਗਨ ਦੇ ਵਿੱਚ ਸੀ, ਉਦੋਂ ਵੀ ਤੈਨੂੰ ਪਰਮਾਤਮਾ ਨੇ ਜਿਹੜਾ ਵਾ ਸੰਭਾਲ ਕੇ ਰੱਖਿਆ, ਤੇਰੀ ਪ੍ਰਤਪਾਲਨਾ ਕੀਤੀ, ਤੈਨੂੰ ਪਾਲਿਆ, ਤੇਰੀ ਰੱਖਿਆ ਕੀਤੀ ਅਤੇ ਤੈਨੂੰ ਉੱਥੋਂ ਜਿਹੜਾ ਜੀਵਨ ਦੇ ਕੇ ਜਿਹਨੇ ਉਭਾਰਿਆ ਤੋਂ ਭਾਵ ਹੁੰਦਾ ਬਚਾ ਲਿਆ। ਸੋ ਅੱਗੇ ਲਿਖਿਆ ਗੁਰੂ ਸਾਹਿਬਾਨ ਨੇ ਕਿ ਬਾਰ ਤੋਂ ਭਾਵ ਬਾਲ ਅਵਸਥਾ, ਭਵਿਸ਼ਤਾ ਤੁਝੇ ਪਿਆਰੇ ਦੂਧ। ਬਾਲ ਅਵਸਥਾ ਦੇ ਵਿੱਚ ਜਦੋਂ ਸੀਗਾ, ਉਦੋਂ ਤੈਨੂੰ ਦੁੱਧ ਦਾ ਪ੍ਰਬੰਧ ਜਿਹੜਾ ਵਾ ਉਹ ਤੇਰਾ ਕੀਤਾ ਸੀਗਾ, ਜਾਣੀ ਕਿ ਤੂੰ ਆਪਣੀ ਮਾਤਾ ਦੇ ਦੁੱਧ ਦੇ ਨਾਲ ਪਲਿਆ, ਮਾਂ ਦਾ ਦੁੱਧ ਪੀਤਾ। ਪਰ ਜੋਬਨ ਭੋਜਨ ਸੁਖ ਸੂਦ, ਫਿਰ ਜਵਾਨੀ ਵਿੱਚ ਆਇਆ, ਜਦੋਂ ਜੋਬਨ ਦੇ ਵਿੱਚ ਆਇਆ, ਜੋਬਨ ਤੋਂ ਭਾਵ ਜਵਾਨੀ, ਫਿਰ ਤੈਨੂੰ ਕਈ ਤਰ੍ਹਾਂ ਦੇ ਪਦਾਰਥ ਖਾਣ ਲਈ ਮਿਲੇ, ਸੁੱਖ ਮਿਲੇ। ਸੂਦ ਤੋਂ ਭਾਵ ਹੁੰਦਾ ਵਾ ਕਿ ਸ਼ੁੱਧ ਜਿਹੜੀਆਂ ਚੀਜ਼ਾਂ ਬਣੀਆਂ, ਉਹ ਤੈਨੂੰ ਕਈ ਤਰ੍ਹਾਂ ਦੇ ਪਦਾਰਥ ਜਿਹੜੇ ਪਰਮਾਤਮਾ ਨੇ ਖਾਣ ਲਈ ਦਿੱਤੇ ਆ, ਤੇਰੀ ਰਸਨਾ ਲੈ ਕੀਤੇ ਆ। ਕਹਿੰਦੇ ਬਿਰਧ ਭਇਆ ਉਪਰ ਸਾਕ ਸੈਨ, ਜਦੋਂ ਤੂੰ ਬਿਰਧ ਹੋ ਗਿਆ ਅਤੇ ਫਿਰ ਜਿਹੜੇ ਸਾਕ ਸੰਬੰਧੀ ਤੇਰੇ ਮੁੱਖ ਆਪਿਓ ਬੈਠ ਕੋ ਦੇਣ, ਆਪਿਓ ਹੁੰਦਾ ਵਾ ਭੋਜਨ, ਆਪਿਆਓ ਬੈਠ ਕੋ ਦੇਣ, ਤੈਨੂੰ ਬੈਠੇ ਨੂੰ ਫਿਰ ਜਿਹੜੇ ਤੇਰੇ ਸਾਕ ਸੰਬੰਧੀ ਤੇਰੇ ਬੱਚੇ ਆ, ਜਿਹੜੇ ਭੈਣ ਭਰਾ ਵਾ, ਉਹ ਜਿਹੜੇ ਪਰਮਾਤਮਾ ਨੇ, ਉਹ ਵੀ ਪਰਮਾਤਮਾ ਦੀ ਸੰਤਾਨ ਨੇ, ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਏ ਆ। ਉਹ ਸਾਰੇ ਤੇਰੀ ਸਹਾਇਤਾ ਵਾਸਤੇ ਤੇਰੀ ਸਹਾਇਤਾ ਕਰਦੇ। ਜਦੋਂ ਤੂੰ ਬਿਰਧ ਅਵਸਥਾ ਵਿੱਚ ਆ ਜਾਂਦਾ, ਯਾਨੀ ਕਿ ਜਦੋਂ ਬੁਢਾਪਾ ਆ ਜਾਂਦਾ, ਫਿਰ ਜਿਹੜਾ ਬੰਦਾ ਵਾ ਉਹ ਆਪਣੇ ਬੱਚਿਆਂ 'ਤੇ ਨਿਰਭਰ ਹੋ ਜਾਂਦਾ। ਫਿਰ ਉਹਦੀ ਜਿਹੜੀ ਬੰਦੇ ਦੀ ਜਿਹੜੀ ਬਜ਼ੁਰਗ ਦੀ ਜਿਹੜੀ ਸੰਭਾਲ ਆ, ਉਹਦੇ ਬੱਚੇ ਕਰਦੇ ਆ। ਇਹ ਸਾਰੀ ਪਰਮਾਤਮਾ ਦੀ ਖੇਡ ਆ। ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਕਹਿੰਦੇ ਤੂੰ ਗੁਣਹੀਣ ਵਿਅਕਤੀ, ਤੂੰ ਉਹਦੇ ਗੁਣ ਜਿਹੜੇ ਆ ਪਰਮਾਤਮਾ ਦੇ ਉਹ ਨਹੀਂ ਸਮਝਦਾ। ਬਖਸ਼ ਲਿਓ ਤੋ ਨਾਨਕ ਸੀਜੇ, ਕਹਿੰਦੇ ਜੇ ਪਰਮਾਤਮਾ ਬਖਸ਼ ਲੇ ਅਤੇ ਫਿਰ ਜਿਹੜਾ ਵਾ ਸਾਰੀ ਸਮਝ ਪੈ ਜਾਂਦੀ, ਸੀਜੇ ਦੇ ਭਾਵ ਸਮਝ ਪੈ ਜਾਂਦੀ। ਗੁਰੂ ਸਾਹਿਬਾਨ ਨੇ ਸਾਨੂੰ ਇਸ ਅਸ਼ਟਪਦੀ ਦੇ ਵਿੱਚ ਇਹ ਸਮਝਾਇਆ ਵਾ ਕਿ ਉਸ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਵਾ, ਜਿਹਨੇ ਸਾਡੇ ਵਾਸਤੇ ਗਰਭ ਅਵਸਥਾ ਤੋਂ ਲੈ ਕੇ ਜਦੋਂ ਅਸੀਂ ਮਾਂ ਦੇ ਪੇਟ ਵਿੱਚ ਸੀ,
ਉਸ ਟਾਈਮ ਤੋਂ ਲੈ ਕੇ ਅਤੇ ਬਿਰਧ ਅਵਸਥਾ ਤੱਕ, ਜਿੰਨਾ ਚਿਰ ਤੱਕ ਸਾਡੀ ਅੰਤਮ ਕਿਰਿਆ ਨਹੀਂ ਹੋ ਜਾਂਦੀ, ਸਾਡਾ ਸਾਰਾ ਪ੍ਰਬੰਧ ਪਰਮਾਤਮਾ ਨੇ ਕੀਤਾ। ਉਹ ਕਿਸ ਤਰ੍ਹਾਂ ਕੀਤਾ ਵਾ, ਉਹਦੇ ਬਾਰੇ ਜਿਹੜਾ ਜ਼ਿਕਰ ਇਸ ਸੰਬੰਧ ਵਿੱਚ ਕੀਤਾ ਗਿਆ ਵਾ ਕਿ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਹੁੰਦਾ, ਉਦੋਂ ਵੀ ਪਰਮਾਤਮਾ ਸਾਡੀ ਰੱਖਿਆ ਕਰਦਾ। ਵੇਖੋ, ਉਦੋਂ ਸਾਨੂੰ ਕੌਣ ਰੋਟੀ ਪਾਣੀ ਖਵਾਉਂਦਾ, ਠੀਕ ਹੈ, ਜਦੋਂ ਸਾਨੂੰ ਸਮਝ ਪੈ ਜਾਂਦੀ ਅਸੀਂ ਕਹਿੰਦੇ ਹਾਂ ਕਿ ਅਸੀਂ ਫੁਲਕਾ ਛਕਣਾ ਵਾ, ਪ੍ਰਸ਼ਾਦਾ ਛਕਣਾ ਵਾ, ਸਾਨੂੰ ਭੁੱਖ ਲੱਗੀ ਆ, ਅਸੀਂ ਦੁੱਧ ਪੀਣਾ ਆ, ਚਾਹ ਪੀਣੀ ਆ, ਪਦਾਰਥ ਮੰਗਦੇ ਹਾਂ ਤਰ੍ਹਾਂ ਤਰ੍ਹਾਂ ਦੇ। ਪਰ ਜਦੋਂ ਅਸੀਂ ਮਾਂ ਦੇ ਪੇਟ ਵਿੱਚ ਸੀ ਉਦੋਂ ਤਾਂ ਨਹੀਂ ਨਾ ਮੰਗਦੇ, ਅਤੇ ਉਦੋਂ ਸਾਨੂੰ ਕੌਣ ਦਿੰਦਾ? ਪਰਮਾਤਮਾ। ਅਤੇ ਪਰਮਾਤਮਾ ਮਾਂ ਦੇ ਰੂਪ ਵਿੱਚ ਸਾਨੂੰ ਮਿਲਦਾ, ਮਾਂ ਦੇ ਪੇਟ ਵਿੱਚ ਸਾਨੂੰ ਸਾਰੀਆਂ ਖੁਰਾਕਾਂ ਜਿਹੜੀਆਂ ਮਿਲਦੀਆਂ। ਫਿਰ ਮਾਂ ਦੇ ਪੇਟ ਵਿੱਚ ਸਾਡੀ ਰੱਖਿਆ ਕਰਦਾ। ਉਸ ਤੋਂ ਬਾਅਦ ਸਾਨੂੰ ਜਿਹੜਾ ਜਦੋਂ ਜੰਮ ਪੈਂਦੇ ਅਸੀਂ, ਜੋ ਦੁਨੀਆ 'ਤੇ ਆ ਜਾਂਦੇ ਹਾਂ ਜਦੋਂ, ਅਤੇ ਫਿਰ ਅਸੀਂ ਆਪਣੀ ਮਾਂ ਦਾ ਦੁੱਧ ਪੀਂਦੇ ਹਾਂ। ਅਤੇ ਮਾਂ ਦਾ ਦੁੱਧ ਦਾ ਪ੍ਰਬੰਧ ਜਿਹੜਾ ਪਰਮਾਤਮਾ ਨੇ ਕੀਤਾ ਸਾਡੇ ਵਾਸਤੇ। ਫਿਰ ਉਸ ਤੋਂ ਬਾਅਦ ਜਦੋਂ ਜਵਾਨੀ ਵਿੱਚ ਆਉਂਦੇ ਹਾਂ, ਜਦੋਂ ਵੱਡੇ ਹੁੰਦੇ ਹਾਂ, ਫਿਰ ਸਾਡੇ ਖੁਰਾਕ ਧਰਤੀ ਮਾਤਾ ਜਿਹੜੀ ਆ, ਜਿਹਨੂੰ ਕਹਿ ਦਿੰਦੇ ਅਸੀਂ, ਪਹਿਲਾਂ ਸਾਡੀ ਇੱਕ ਜਨਮ ਦੇਣ ਵਾਲੀ ਮਾਤਾ ਵਾ, ਦੂਜੀ ਸਾਡੀ ਜਿਹੜੀ ਧਰਤੀ ਮਾਤਾ ਵਾ, ਇਹ ਵੀ ਪਰਮਾਤਮਾ ਦੀ ਸਾਜੀ ਹੋਈ ਆ, ਜਿਸ ਤੋਂ ਸਾਨੂੰ ਅੰਨ ਪਾਣੀ ਮਿਲਦਾ। ਲਿਖਿਆ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕਿ ਜਿਹੜਾ ਪਾਵਨ ਆ ਉਹ ਸਾਡਾ ਗੁਰੂ ਆ, ਪਾਣੀ ਪਿਤਾ ਵਾ, ਅਤੇ ਮਾਤਾ ਧਰਤੀ ਹੈ ਸਾਡੀ। ਧਰਤੀ ਤੋਂ ਸਾਨੂੰ ਫਿਰ ਜਿਹੜੇ ਆ ਵੱਖ ਵੱਖ ਤਰ੍ਹਾਂ ਦੇ ਖਾਣ ਲਈ ਅਨਾਜ ਮਿਲਦੇ ਆ, ਉਹ ਪਰਮਾਤਮਾ ਦੀ ਬਦੌਲਤ ਹੀ ਆ। ਫਿਰ ਜਦੋਂ ਅਸੀਂ ਬਜ਼ੁਰਗ ਹੋ ਜਾਂਦੇ ਹਾਂ, ਜਦੋਂ ਸਾਡਾ ਸਰੀਰ ਜਿਹੜਾ ਕਮਜ਼ੋਰ ਪੈ ਜਾਂਦਾ, ਫਿਰ ਕਹਿੰਦੇ ਆ ਕਿ ਤੇਰੀ ਸੰਭਾਲ ਜਿਹੜੀ ਆ ਉਹ ਕੌਣ ਕਰਦੇ? ਤੇਰੇ ਬੱਚੇ ਕਰਦੇ ਆ। ਉਹ ਬੱਚੇ ਵੀ ਪਰਮਾਤਮਾ ਦੀ ਦੇਣ ਆ, ਉਹ ਤੇਰੀ ਸੰਭਾਲ ਕਰਦੇ ਆ, ਤੈਨੂੰ ਖਾਣ ਪੀਣ ਲਈ ਦਿੰਦੇ ਆ, ਤੇਰੇ ਵਾਸਤੇ 100 ਤਰ੍ਹਾਂ ਦੇ ਪ੍ਰਬੰਧ ਕਰਦੇ ਆ, ਠੰਡ ਤੋਂ ਬਚਾਉਣ ਲਈ, ਗਰਮੀ ਤੋਂ ਬਚਾਉਣ ਲਈ। ਕਹਿਣ ਤੋਂ ਭਾਵ ਹੈ ਕਿ ਪਰਮਾਤਮਾ ਨੇ ਕੋਈ ਕਸਰ ਨਹੀਂ ਛੱਡੀ। ਪਰਮਾਤਮਾ ਅੰਗ ਸੰਗ ਹੋ ਕੇ ਜਿਹੜਾ ਸਾਡੀ ਰੱਖਿਆ ਕਰਦਾ, ਕਿਉਂਕਿ ਸਾਰਿਆਂ ਵਿੱਚ ਪਰਮਾਤਮਾ ਹੀ ਵੱਸਦਾ ਵਾ। ਘੱਟ ਘੱਟ ਵਿੱਚ ਜਿਹੜਾ ਵਾ ਹਰਜੂ ਬਸੇ ਸੰਤਨ ਕਿਹੋ ਪੁਕਾਰ, ਕਿ ਹਰ ਸਰੀਰ ਵਿੱਚ ਪਰਮਾਤਮਾ ਜਿਹੜਾ ਵੱਸਦਾ ਵਾ। ਹਰ ਬੱਚਾ ਜਿਹੜਾ ਆਪਣੇ ਮਾਂ ਪਿਓ ਦੀ ਸੇਵਾ ਕਰਦਾ ਵਾ, ਅਤੇ ਹਰ ਮਾਂ ਪਿਓ ਨੂੰ ਆਪਣੇ ਬੱਚੇ ਪਿਆਰੇ ਲੱਗਦੇ ਆ। ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਕਹਿੰਦਾ ਤੂੰ ਬੁੱਧਹੀਣ ਵਿਅਕਤੀ, ਤੂੰ ਗੁਣਾਂ ਤੋਂ ਰਹਿਤ ਆ, ਤੂੰ ਅਜੇ ਵੀ ਉਹਦੀ ਜਿਹੜੀ ਆ ਕੁਦਰਤ ਜਿਹੜੀ ਆ, ਤੂੰ ਪਰਮਾਤਮਾ ਨੂੰ ਨਹੀਂ ਸਮਝਦਾ। ਬਖਸ਼ ਲਿਓ ਤੂੰ ਨਾਨਕ ਸੀਜੇ, ਜੇ ਪਰਮਾਤਮਾ ਤੈਨੂੰ ਬਖਸ਼ ਦੇ ਅਤੇ ਫਿਰ ਤੋਂ ਇਹ ਜਿਹੜੀ ਆ ਸਾਰੀ ਸਮਝ ਪੈ ਜਾਂਦੀ ਆ ਕਿ ਵਾਕਈ ਇਹ ਕੁਦਰਤ ਦੀ ਖੇਡ ਆ। ਇਸੇ ਤਰ੍ਹਾਂ ਹੀ ਆ, ਵੇਖੋ ਜੀਵਨ ਚੱਲਦਾ ਵਾ। ਪਹਿਲਾਂ ਅਸੀਂ ਬੱਚੇ ਬਣਦੇ ਹਾਂ, ਫਿਰ ਜਵਾਨ ਹੁੰਦੇ ਹਾਂ, ਫਿਰ ਬਜ਼ੁਰਗ ਹੁੰਦੇ ਹਾਂ। ਇਹ ਜਦੋਂ ਅਸੀਂ ਬਜ਼ੁਰਗ ਹੁੰਦੇ ਹਾਂ, ਫਿਰ ਸਾਡੇ ਬੱਚੇ ਜਿਹੜੇ ਆ ਉਹ ਸਾਡੀ ਸੰਭਾਲ ਕਰਦੇ ਆ। ਇਹ ਇੱਕ ਸਰਕਲ ਹੀ ਆ ਜੋ ਚੱਲਦਾ ਲਗਾਤਾਰ ਕੁਦਰਤ ਦਾ, ਔਰ ਇਹ ਕੁਦਰਤੀ ਖੇਡ ਜਿਹੜੀ ਆ ਇਸੇ ਤਰ੍ਹਾਂ ਚੱਲੀ ਜਾਂਦੀ ਆ। ਅੱਜ ਦੇ ਬੱਚੇ ਜਿਹੜੇ ਆ ਉਹ ਕੱਲ੍ਹ ਨੂੰ ਵੱਡੇ ਹੋ ਕੇ ਉਹ ਫਿਰ ਮਾਂ ਪਿਓ ਬਣਦੇ, ਫਿਰ ਬਜ਼ੁਰਗ ਹੁੰਦੇ ਆ। ਇਹ ਕੁਦਰਤੀ ਵਰਤਾਰਾ ਜੋ ਚੱਲਦਾ, ਪਰਮਾਤਮਾ ਦੀ ਖੇਡ ਹੀ ਹੈ ਸਾਰੀ। ਕਹਿੰਦੇ ਜੇ ਪ੍ਰਸਾਰ ਧਰ ਉੱਪਰ ਸੁਖ ਬਸੇ, ਸੁਤ ਭਰਾਤ ਮੀਤ ਬਣਤਾ ਸੰਗਸੇ। ਪਰਮਾਤਮਾ ਦੀ ਕਿਰਪਾ ਨਾਲ ਤੂੰ ਧਰਤੀ ਉੱਤੇ ਸੁਖੀ ਵਸਦਾ ਪਿਆ ਵਾਂ, ਅਤੇ ਜਿਹੜਾ ਤੇਰੇ ਪੁੱਤਰ ਆ, ਭਰਾ ਆ, ਦੋਸਤ ਆ, ਉਹਨਾਂ ਦੇ ਨਾਲ ਤੂੰ ਹੱਸਦਾ ਖੇਡਦਾ ਵਾਂ। ਬਣਤਾ ਇੱਥੇ ਇਸਤਰੀ ਆ, ਇਸਤਰੀ ਦੇ ਨਾਲ ਤੂੰ, ਇੱਥੇ ਲਿਖਿਆ ਕਿ ਸਾਰਿਆਂ ਦੇ ਨਾਲ ਤੂੰ ਹੱਸਦਾ ਖੇਡਦਾ ਆਪਣਾ ਜੀਵਨ ਗੁਜ਼ਾਰਦਾ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਤੂੰ ਜਿਹੜਾ ਠੰਡਾ ਪਾਣੀ ਪੀਣਾ, ਹੋਰ ਕਈ ਤਰ੍ਹਾਂ ਦੇ ਜਿਹੜੇ ਜੂਸ ਜਾਂ ਜਿਹੜੀਆਂ ਵੀ ਚੀਜ਼ਾਂ ਤੈਨੂੰ ਮਿਲਦੀਆਂ, ਠੰਡਾ ਪਾਣੀ, ਸੀਤਲ ਤੋਂ ਭਾਵ ਠੰਡਾ ਪਾਲ ਜਣ ਜਲਾ ਜਾ ਲਿਆ, ਸੁਖਦਾਈ ਪਵਨ ਪਾਵ ਕੇ ਮੁੱਲਾ।
ਅਤੇ ਇਹ ਸਾਰੇ ਜਿਹੜੇ ਪਵਨ ਇੱਥੇ ਜਿਹੜੀ ਆ ਪਾਵਕ ਅੱਗ ਹੁੰਦੀ ਆ ਅਤੇ ਅਮੁੱਲਾ ਪਵਨ ਹਵਾ ਪਾਣੀ ਅੱਗ ਅਮੁੱਲਾ ਬੇਮੁੱਲਾ ਸਾਰੀਆਂ ਚੀਜ਼ਾਂ ਵਾ, ਇਹਨਾਂ ਦਾ ਕੋਈ ਮੁੱਲ ਨਹੀਂ। ਨਾ ਅਸੀਂ ਹਵਾ ਖਰੀਦ ਸਕਦੇ ਹਾਂ, ਨਾ ਅਸੀਂ ਪਾਣੀ ਖਰੀਦ ਸਕਦੇ। ਕਹਿਣ ਤੋਂ ਭਾਵ ਇਹ ਆ ਕਿ ਜਿਹੜਾ ਪਾਣੀ ਆ ਇਹ ਵੀ ਸਾਨੂੰ ਪਰਮਾਤਮਾ ਨੇ ਮੁਫਤ ਦਿੱਤਾ ਵਾ, ਹਵਾ ਵੀ ਸਾਨੂੰ ਜਿਹੜੀ ਆ ਉਹ ਮੁਫਤ ਦਿੱਤੀ ਆ, ਉਹਦਾ ਕੁਝ ਨਹੀਂ ਸਾਡੇ ਕੋਲੋਂ ਮੰਗਦਾ। ਵੇਖੋ ਅਸੀਂ ਜਦੋਂ ਕੋਈ ਪਦਾਰਥ ਲੈਣ ਜਾਂਦੇ ਤਾਂ ਸਾਨੂੰ ਪੈਸੇ ਖਰਚਣੇ ਪੈਂਦੇ ਆ, ਪਰ ਜਦੋਂ ਪਰਮਾਤਮਾ ਜਿਹੜਾ ਵਾ ਉਹਨੇ ਸਾਨੂੰ ਪਾਣੀ, ਫਿਰ ਹਵਾ, ਇਸ ਤੋਂ ਇਲਾਵਾ ਜਿਹੜੀ ਸੂਰਜ ਦੀ ਗਰਮੀ ਜਿਹੜੀ ਆ, ਸੂਰਜ ਦਾ ਪ੍ਰਕਾਸ਼ ਜਿਹੜਾ ਸਾਰਿਆਂ 'ਤੇ ਪੈਂਦਾ, ਭਾਵੇਂ ਉਹ ਗਰੀਬ ਹੈ ਭਾਵੇਂ ਉਹ ਅਮੀਰ ਆ, ਇਹ ਸਾਰਿਆਂ ਨੂੰ ਜਿਹੜਾ ਮੁਕਤ ਦਿੱਤਾ ਵਾ ਅਤੇ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ, ਬਮੁੱਲੇ ਆ। ਜੇ ਪ੍ਰਸਾਦ ਭੋਗੇ ਸਭ ਰਸਾ, ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਸਾਰੇ ਰਸ ਜਿਹੜੇ ਭੋਗਦਾ ਵਾਂ, ਕਹਿਣ ਤੋਂ ਭਾਵ ਖਾਂਦਾ ਪੀਂਦਾ ਵਾਂ, ਇਹਨਾਂ ਨੂੰ ਮਾਣਦਾ, ਸਗਲ ਸਮੱਗਰੀ ਸੰਗ ਸਾਥ ਬਸਾ। ਕਹਿੰਦੇ ਜਿਹੜੀ ਸਾਰੀ ਸਮੱਗਰੀ ਆ, ਜਿੰਨੇ ਵੀ ਪਦਾਰਥ ਆ, ਇਹਨਾਂ ਦੇ ਨਾਲ ਤੂੰ ਆਪਣਾ ਜੀਵਨ ਜਿਹੜਾ ਗੁਜ਼ਾਰਦਾ, ਬਸਰ ਕਰਦਾ ਵਾਂ। ਦੀਨੇ ਹਸਤ ਭਾਵ ਕਰਨ ਨੇਤਰ ਰਸਣਾ, ਹਸਤ ਤੋਂ ਭਾਵ ਹੁੰਦਾ ਹੱਥ, ਔਰ ਭਾਵ ਜਿਹੜੇ ਪਾਂਵ ਕਹਿ ਦਿੰਦੇ ਆ ਉਹ ਪੈਰਾਂ ਨੂੰ ਕਹਿ ਦਿੰਦੇ ਆ, ਕਰਨ ਅਸੀਂ ਕੰਨਾਂ ਨੂੰ ਕਹਿ ਦਿੰਦੇ ਹਾਂ, ਨੇਤਰ ਅਸੀਂ ਅੱਖਾਂ ਨੂੰ ਕਹਿ ਦਿੰਦੇ ਹਾਂ, ਰਸਨਾ ਅਸੀਂ ਆਪਣੀ ਜ਼ਬਾਨ ਨੂੰ ਕਹਿ ਦਿੰਦੇ, ਜੀਭ ਨੂੰ। ਕਹਿੰਦੇ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਜਿਹੜੇ ਪਰਮਾਤਮਾ ਨੇ ਤੈਨੂੰ ਹੱਥ ਦਿੱਤੇ, ਪੈਰ ਦਿੱਤੇ, ਕੰਨ ਦਿੱਤੇ, ਅੱਖਾਂ ਦਿੱਤੀਆਂ, ਜ਼ਬਾਨ ਦਿੱਤੀ, ਤਿਸੇ ਤਿਆਗ ਅਵਰ ਸੰਗ ਰਚਨਾ, ਅਤੇ ਫਿਰ ਵੀ ਤੂੰ ਉਹਨਾਂ ਨੂੰ ਛੱਡ ਕੇ, ਉਹਨਾਂ ਨੂੰ ਭੁੱਲ ਕੇ ਤੂੰ ਹੋਰ ਕੁਝ ਮੰਗਦਾ ਫਿਰਦਾ ਵਾਂ, ਹੋਰ ਚੀਜ਼ਾਂ ਪਿੱਛੇ ਦੌੜਿਆ ਫਿਰਦਾ, ਤੂੰ ਇਹਨਾਂ ਦੀ ਸੰਭਾਲ ਹੀ ਨਹੀਂ ਕਰਦਾ। ਨਾ ਤੇਰੇ ਹੱਥਾਂ ਦਾ ਕੋਈ ਮੁੱਲ ਆ, ਨਾ ਤੇਰੇ ਪੈਰਾਂ ਦਾ ਕੋਈ ਮੁੱਲ ਆ, ਨਾ ਤੇਰੇ ਕੰਨਾਂ ਦਾ। ਵੇਖੋ ਇਹ ਤਾਂ ਉਹਨੂੰ ਪਤਾ ਨਾ, ਅੱਖਾਂ ਜਿਹੜੀਆਂ ਵਾ ਕਿੰਨੀਆਂ ਬਮੁੱਲੀਆਂ, ਇਹਨਾਂ ਨਾਲ ਅਸੀਂ ਜੀਵਨ ਦੇ ਵਿੱਚ ਜੋ ਵੀ ਜਗਤ ਤਮਾਸ਼ਾ ਵੇਖਦੇ ਹਾਂ, ਸੋ ਇਹਨਾਂ ਚੀਜ਼ਾਂ ਦੀ ਜਿਹੜੀ ਆ ਕੋਈ ਕੀਮਤ ਨਹੀਂ ਹੈਗੀ। ਕਹਿੰਦੇ ਆ ਕਿ ਤੂੰ ਇਹ ਤੈਨੂੰ ਇੰਨੀਆਂ ਬਮੁੱਲੀਆਂ ਚੀਜ਼ਾਂ ਪਰਮਾਤਮਾ ਦਿੱਤੀਆਂ ਵਾ, ਅਤੇ ਤੂੰ ਉਹਦਾ ਸ਼ੁਕਰੀਆ ਕਰਨ ਦੀ ਬਜਾਏ ਹੋਰਨਾਂ ਚੀਜ਼ਾਂ ਮਗਰ ਦੌੜਿਆ ਫਿਰਦਾ ਵਾਂ, ਭਾਵ ਕਿ ਤੂੰ ਪਰਮਾਤਮਾ ਦਾ ਸ਼ੁਕਰੀਆ ਨਹੀਂ ਕਰਦਾ, ਉਹਦੇ ਗੁਣਾਂ ਨੂੰ ਯਾਦ ਨਹੀਂ ਕਰਦਾ। ਕੰਨ ਨਾ ਹੋਣ 'ਤੇ ਅਸੀਂ ਨਾ ਪਾਣੀ ਸੁਣ ਸਕਦੇ ਹਾਂ, ਨਾ ਸੰਗੀਤ ਸੁਣ ਸਕਦੇ, ਨਾ ਕਿਸੇ ਦੀ ਗੱਲ ਸੁਣ ਸਕਦੇ ਹਾਂ। ਹੱਥਾਂ ਤੋਂ ਬਿਨਾਂ ਵੀ ਅਸੀਂ ਕੁਝ ਨਹੀਂ ਕਰ ਸਕਦੇ, ਪੈਰਾਂ ਤੋਂ ਬਿਨਾਂ। ਕਹਿੰਦੇ ਕਿ ਇੰਨਾ ਕੁਛ ਤੈਨੂੰ ਪਰਮਾਤਮਾ ਨੇ ਦਿੱਤਾ ਵਾ, ਅਤੇ ਤੂੰ ਫਿਰ ਵੀ ਜਿਹੜਾ ਵਾ ਪਰਮਾਤਮਾ ਦਾ ਨਾਮ ਲੈਣ ਦੀ ਬਜਾਏ ਹੋਰ ਪਦਾਰਥਾਂ ਮਗਰ ਭੱਜਾ ਫਿਰਦਾ ਵਾਂ, ਹੋਰਨਾਂ ਚੀਜ਼ਾਂ ਮਗਰ ਭੱਜਾ ਫਿਰਦਾ। ਤੈਨੂੰ ਸ਼ੁਕਰੀਆ ਕਰਨਾ ਚਾਹੀਦਾ ਉਸ ਵਾਹਿਗੁਰੂ ਦਾ ਜੋ ਮਿਲਦਾ ਵਾ, ਕਿਉਂਕਿ ਪਰਮਾਤਮਾ ਨੇ ਤੈਨੂੰ ਆਪਣੇ ਆਪ ਹੀ ਦੇ ਦੇਣੇ ਆ। ਸਿਰਫ ਤੂੰ ਮਿਹਨਤ ਕਰਨੀ ਇਹਨਾਂ ਚੀਜ਼ਾਂ ਨਾਲ, ਹੱਥਾਂ ਨਾਲ ਮਿਹਨਤ ਕਰਨੀ, ਕਿਰਤ ਕਰਨੀ ਆ, ਪੈਰਾਂ ਨਾਲ ਚੱਲਣਾ ਵਾ, ਅੱਖਾਂ ਨਾਲ ਵੇਖਣਾ ਵਾ, ਔਰ ਕੰਨਾਂ ਨਾਲ ਸੁਣਨਾ, ਅਤੇ ਬਾਣੀ ਨੂੰ ਸੁਣ, ਕੰਨਾਂ ਨਾਲ ਚੰਗਾ ਸੁਣੋ, ਅੱਖਾਂ ਨਾਲ ਸੋਹਣਾ ਵੇਖੋ। ਕਹਿਣ ਤੋਂ ਭਾਵ ਕਿ ਆਪਣਾ ਜਿਹੜਾ ਕਹਿੰਦੇ ਐਸੇ ਦੁੱਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ। ਦੁੱਖ ਤੋਂ ਭਾਵ ਹੁੰਦਾ ਪਾਪ, ਵਿਆਪੇ ਤੋਂ ਭਾਵ ਹੁੰਦੇ ਲੱਗੇ ਹੋਏ। ਕਹਿੰਦੇ ਆ ਕਿ ਜਿਹੜੇ ਤੈਨੂੰ ਦੁੱਖ ਲੱਗੇ ਹੋਏ ਆ, ਇਹ ਤੂੰ ਅਗਿਆਨੀ ਆ, ਮੂੜ ਆ ਤੂੰ। ਕਹਿਣ ਤੋਂ ਭਾਵ ਕਿ ਜਿੰਨੇ ਵੀ ਤੈਨੂੰ ਦੁੱਖ ਲੱਗੇ ਹੋਏ ਆ, ਇਹ ਕੁਝ ਤੂੰ ਆਪ ਸੇੜੇ ਆ। ਕਾਰਨ ਇਹ ਕਿ ਚਲੋ ਸਰੀਰਕ ਤੌਰ 'ਤੇ ਕੋਈ ਬਿਮਾਰ ਵੀ ਹੋ ਸਕਦਾ ਵਾ, ਕੁਝ ਵੀ ਹੋ ਸਕਦਾ, ਲੇਕਿਨ ਪਰਮਾਤਮਾ ਦਾ ਨਾਮ ਸਿਮਰਨ ਕਰੀਏ ਅਤੇ ਉਹਦੀ ਤੋਂ ਇਸ ਤੋਂ ਇਲਾਵਾ ਆਪਣਾ ਦਵਾ ਦਾਰੂ ਕਰਾਈਏ। ਨਾਨਕ ਕਾਢ ਲਿਓ ਪ੍ਰਭ ਆਪੇ, ਅਤੇ ਪਰਮਾਤਮਾ ਆਪੇ ਸਾਨੂੰ ਇਹਨਾਂ ਦੁੱਖਾਂ ਦੇ ਵਿੱਚੋਂ ਕੱਢ ਲੈਂਦਾ ਵਾ। ਇਹ ਨਹੀਂ ਕਿ ਅਸੀਂ ਕੋਸ਼ਿਸ਼ ਨਹੀਂ ਕਰਨੀ, ਕੋਸ਼ਿਸ਼ ਜਿਹੜੀ ਆ ਉਹ ਗੁਰੂ ਮਹਾਰਾਜ ਨੇ ਕਰਨ ਲਈ ਕਿਹਾ ਵਾ ਕਿ ਜੇ ਤੁਹਾਨੂੰ ਦੁੱਖ ਆਉਂਦੇ ਆ ਤਾਂ ਤੁਸੀਂ ਘਬਰਾਉਣਾ ਨਹੀਂ। ਕਹਿਣ ਤੋਂ ਭਾਵ ਕਿ ਜਿੰਨੇ ਮਰਜ਼ੀ ਦੁੱਖ ਮੁਸੀਬਤਾਂ ਆ ਜਾਣ,
ਪਰਮਾਤਮਾ ਆਪੇ ਹੱਥ ਦੇ ਕੇ ਰੱਖ ਲੈਂਦਾ ਵਾ। ਬਸ ਅਸੀਂ ਤਾਂ ਚਾਰਾ ਜੋਰੀ ਕਰਨੀ ਆਪਣੀ, ਬਾਕੀ ਕਿਰਪਾ ਮਾਲਕ ਨੇ ਕਰਨੀ। ਉਹਦੀ ਕਿਰਪਾ ਹੋ ਜੇ ਅਤੇ ਫਿਰ ਜਿਹੜਾ ਬੰਦਾ ਜਿਹੜਾ ਵਾ ਉਹ ਆਪਣੇ ਆਪ ਹੀ ਜਿਹੜਾ ਵਾ ਵਾਹਿਗੁਰੂ ਠੀਕ ਕਰ ਦਿੰਦਾ, ਯਾਨੀ ਕਿ ਤੰਦਰੁਸਤੀ ਜਿਹੜੀ ਆ ਜਾਂਦੀ। ਜੇ ਦੁੱਖ ਆਉਂਦੇ ਆ, ਦੁੱਖ ਅਤੇ ਸੁੱਖ ਦੋ ਹਜ਼ਾਰ ਕੱਪੜੇ ਆ, ਇਹ ਧੁੱਪ ਛਾਂ ਵਾਂਗੂ ਆਉਂਦੇ ਹੀ ਰਹਿਣੇ ਆ, ਜਿਵੇਂ ਦਿਨ ਅਤੇ ਰਾਤ ਆ। ਸੋ ਇਹਨਾਂ ਤੋਂ ਘਬਰਾਉਣਾ ਨਹੀਂ, ਪਰਮਾਤਮਾ ਨੇ ਆਪੇ ਸਾਨੂੰ ਇਹਨਾਂ ਦੁੱਖਾਂ 'ਚੋਂ ਕੱਢ ਲੈਣਾ ਵਾ। ਅਸੀਂ ਬਸ ਆਪਣੀ ਜਿਹੜੀ ਆ ਹਿੰਮਤ ਜਿਹੜੀ ਰੱਖਣੀ ਆ, ਪਰਮਾਤਮਾ 'ਤੇ ਭਰੋਸਾ ਰੱਖ ਕੇ ਅੱਗੇ ਵੱਧਦੇ ਰਹਿਣਾ, ਆਪਣੇ ਕੰਮ ਕਰਦੇ ਰਹਿਣਾ ਵਾ। ਆਦਿ ਅੰਤ ਜੋ ਰਾਖਣ ਹਾਰ, ਤੇ ਸਿਉ ਪ੍ਰੀਤ ਨ ਕਰੇ ਗਵਾਰ। ਆ ਤੋਂ ਭਾਵ ਆਰੰਭ ਤੋਂ ਲੈ ਕੇ ਤੇ ਅੰਤ ਤੋਂ ਭਾਵ ਅੰਤ ਤੱਕ, ਜੰਮਣ ਤੋਂ ਲੈ ਕੇ ਮਰਨ ਤੱਕ ਜਿਹੜਾ ਤੈਨੂੰ ਰੱਖਣ ਹਾਰਿਆ, ਤੂੰ ਉਹਦੇ ਨਾਲ ਤਾਂ ਪ੍ਰੀਤ ਕਰਦਾ ਹੀ ਨਹੀਂ। ਗੁਰੂ ਮਹਾਰਾਜ ਨੇ ਕਿਹਾ ਗਵਾਰ ਤੋਂ ਭਾਵ ਮੂਰਖ, ਕਿ ਹੇ ਮੂਰਖ ਮਨੁੱਖ, ਤੂੰ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾ ਜਿਹੜਾ ਤੈਨੂੰ ਆਦਿ ਅੰਤ ਹਮੇਸ਼ਾ ਤੇਰੀ ਰੱਖਿਆ ਕਰਦਾ। ਜਾਂ ਕੀ ਸੇਵਾ ਨਵ ਨਿਧ ਪਾਵੇ, ਤਾਂ ਸਿਉ ਮੂੜਾ ਮਨ ਨਹੀਂ ਲਾਵੈ। ਜਿਹਦੀ ਸੇਵਾ ਦੇ ਨਾਲ ਅਸੀਂ ਸਾਰੀ ਤਰ੍ਹਾਂ ਦੇ ਪਦਾਰਥ ਪਾ ਲੈਂਦੇ ਹਾਂ, ਉਹਨੂੰ ਮੂਰਖ ਮਨੁੱਖ ਜਿਹੜਾ ਮਨ ਨਹੀਂ ਲਾਉਂਦਾ, ਭਾਵ ਕਿ ਉਹਦੇ ਵੱਲ ਧਿਆਨ ਨਹੀਂ ਕਰਦਾ, ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਹਨੂੰ ਯਾਦ ਨਹੀਂ ਕਰਦਾ। ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ। ਕਹਿੰਦੇ ਪਰਮਾਤਮਾ ਤੇਰੇ ਹਮੇਸ਼ਾ ਅੰਗ ਸੰਗ ਆ, ਅਤੇ ਅੰਧਾ ਭਾਵ ਹੁੰਦਾ ਵਾ ਅੰਨਾ। ਅੰਨਾ ਇੱਥੇ ਉਹਨੂੰ ਕਿਹਾ ਗਿਆ ਜਿਹੜਾ ਮਨ ਕਰਕੇ ਅੰਨਾ ਵਾ, ਅੱਖਾਂ ਕਰਕੇ ਨਹੀਂ, ਕਿ ਜਿਹਨੂੰ ਗਿਆਨ ਨਹੀਂ, ਜਿਹੜਾ ਮੂਰਖ ਆ, ਉਹਨੂੰ ਅੰਨਾ ਕਿਹਾ ਗਿਆ। ਕਹਿੰਦੇ ਆ ਕਿ ਪਰਮਾਤਮਾ ਤੇਰੇ ਅੰਗ ਸੰਗ ਆ, ਤੈਨੂੰ ਮਹਿਸੂਸ ਕਰਨ ਦੀ ਲੋੜ ਆ, ਤੈਨੂੰ ਸਮਝਣ ਦੀ ਲੋੜ ਆ। ਇਹ ਮੂਰਖ ਮਨਾ, ਤੂੰ ਉਹਨੂੰ ਦੂਰ ਸਮਝੀ ਜਾਂਦਾ। ਜਾਂ ਕੀ ਟਹਿਲ ਪਾਵੇ ਦਰਗਹਿ ਮਾਨ, ਕਹਿੰਦੇ ਜਾਂ ਕੀ ਟਹਿਲ ਪਾਵੇ ਦਰਗਾਹ ਮਾਨ। ਜਿਹਦੇ ਪਰਮਾਤਮਾ ਦੀ ਕਿਰਪਾ, ਜਿਹਦੀ ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰੇਂਗਾ, ਉਹਦੀ ਸੇਵਾ ਕਰੇਂਗਾ, ਤੈਨੂੰ ਦਰਗਾਹ ਦੇ ਵਿੱਚ ਮਾਣ ਮਿਲੂਗਾ। ਮਾਣ ਤੋਂ ਭਾਵ ਵਡਿਆਈ ਮਿਲੂਗੀ, ਤੇਰੀ ਸ਼ੋਭਾ ਹੋਵੇਗੀ। ਤਿਸੇ ਵਿਸਾਰੇ ਮੁਗਧ ਅਜਾਣ, ਅਤੇ ਤੂੰ ਮੂਰਖਾ ਇਹ ਮਨਾ, ਤੂੰ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਵਾ, ਜਿਹਦੀ ਵਡਿਆਈ ਕੀਤਿਆਂ ਤੈਨੂੰ ਦਰਗਾਹ ਵਿੱਚ ਮਾਣ ਮਿਲਣਾ, ਤੇਰੀ ਇੱਜ਼ਤ ਹੋਣੀ ਆ। ਸਦਾ ਸਦਾ ਇਹ ਭੁੱਲਣ ਹਾਰ, ਕਹਿੰਦੇ ਮਨੁੱਖ ਹਮੇਸ਼ਾ ਭੁੱਲਣ ਹਾਰਿਆ, ਹਰ ਵਾਰੀ ਭੁੱਲ ਜਾਂਦਾ ਹੈ, ਕਿਉਂਕਿ ਮਨੁੱਖ ਪਰਮਾਤਮਾ ਦੀ ਜਿਹੜੀ ਆ ਨਾ ਅਹਿਸਾਨਾਂ ਦਾ, ਉਹਦੀ ਜਿਹੜੀ ਕਿਰਪਾ ਦਾ ਜਿਹੜਾ ਵਾ ਧੰਨਵਾਦ ਨਹੀਂ ਕਰਦਾ, ਜਾਂ ਕਰ ਨਹੀਂ ਸਕਦਾ, ਭੁੱਲ ਜਾਂਦਾ। ਕਹਿੰਦੇ ਨਾਨਕ ਰਾਖਣ ਹਾਰ ਅਪਾਰ, ਕਹਿੰਦੇ ਹੇ ਨਾਨਕ, ਉਹ ਪਰਮਾਤਮਾ ਜਿਹੜਾ ਵਾ ਉਹ ਬੇਅੰਤ ਆ, ਉਹ ਫਿਰ ਵੀ ਸਾਡੀ ਰੱਖਿਆ ਕਰ ਲੈਂਦਾ। ਸੋ ਇਹਨਾਂ ਬੰਦਾਂ ਦੇ ਵਿੱਚ, ਇਸ ਅਸ਼ਟਪਦੀ ਦੇ ਵਿੱਚ, ਚੌਥੀ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ ਵਾ ਕਿ ਪਰਮਾਤਮਾ ਜਿਹੜਾ ਵਾ ਸਾਡੀ ਆਦਿ ਤੋਂ ਲੈ ਕੇ ਅੰਤ ਤੱਕ ਰੱਖਿਆ ਕਰਦਾ ਵਾ। ਉਹਦੇ ਨਾਲ ਜਿਹੜੀ ਸਾਡੀ ਪ੍ਰੀਤ ਜਿਹੜੀ ਆ ਹੋਣੀ ਚਾਹੀਦੀ ਆ। ਅਸੀਂ ਉਹਦੇ ਨਾਲ ਪ੍ਰੀਤ ਦੁਨੀਆ ਵਿੱਚ ਆ ਕੇ ਜਿਹੜੀ ਆ ਨਹੀਂ ਪਾਉਂਦੇ, ਟੁੱਟ ਜਾਂਦੇ ਉਹਦੇ ਨਾਲੋਂ, ਅਤੇ ਦੁਨਿਆਵੀ ਪਦਾਰਥਾਂ ਵਿੱਚ ਖਚਿਤ ਹੋ ਜਾਂਦੇ ਹਾਂ, ਅਤੇ ਆਪਣੇ ਮੂਲ ਨਾਲੋਂ ਟੁੱਟ ਕੇ ਫਿਰ ਅਸੀਂ ਰੋਂਦੇ ਕਰ ਲਾਉਂਦੇ ਹਾਂ। ਕਹਿੰਦੇ ਸਾਨੂੰ ਨਾਮ ਜਪਣਾ ਚਾਹੀਦਾ ਵਾ, ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਆ, ਪਰਮਾਤਮਾ ਦਾ ਸ਼ੁਕਰੀਆ ਕਰਨਾ ਚਾਹੀਦਾ ਜਿਹਨੇ ਸਾਨੂੰ ਹੱਥ ਪੈਰ ਦਿੱਤੇ ਆ, ਅੱਖਾਂ ਦਿੱਤੀਆਂ, ਕੰਨ ਦਿੱਤੇ ਆ, ਸਾਰੇ ਅੰਗ ਦਿੱਤੇ ਸਰੀਰ ਦੇ। ਅਤੇ ਇਸ ਕਰਕੇ ਬਹੁਤ ਸਾਰੇ ਜਿਹੜੇ ਪਰਮਾਤਮਾ ਦੇ ਜਿਹੜੇ ਸਾਡੇ 'ਤੇ ਜਿਹੜੇ ਕੀ ਆ ਕਹਿ ਸਕਦੇ ਹਾਂ ਅਸੀਂ ਕਿ ਕਿਰਪਾ ਵਾ ਵਾਹਿਗੁਰੂ ਦੀ। ਸੋ ਪਰਮਾਤਮਾ ਹਮੇਸ਼ਾ ਸਾਡੇ ਅੰਗ ਸੰਗ ਹੋ ਕੇ ਰੱਖਿਆ ਕਰਦਾ। ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ, ਸ਼ੁਕਰੀਆ ਕਰਨਾ ਚਾਹੀਦਾ, ਉਹਦੇ ਗੁਣ ਗਾਇਨ ਕਰਨੇ ਚਾਹੀਦੇ ਆ।
ਦਾਸ ਕੋਲੋਂ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਔਰ ਸਾਧ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਨੇ, ਭੁੱਲਾਂ ਬਖਸ਼ ਦੇਣਾ, ਗਲਤੀਆਂ ਬਖਸ਼ ਦੇਣਾ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਸਿਰ 'ਤੇ ਹੱਥ ਰੱਖ ਕੇ ਜਿਹੜੀ ਇਹ ਸ਼ਬਦ ਅਰਥ ਕਰਵਾਉਂਦੇ ਰਹਿਣ ਅਤੇ ਆਪ ਜੀ ਦੇ ਨਾਲ ਜਿਹੜੇ ਸਾਂਝ ਪਾਉਂਦੇ ਰਹੀਏ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।